ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ ਬੇਸ਼ੁਮਾਰ। ਅਥਾਹ ਗਣਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੁਜਰੀ ਮਹੱਲਾ ਤੀਜਾ। ਘਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ। ਤ੍ਰਿਗ ਅਵੇਹਾ ਜੀਵਨਾ ਜਿਤ ਹਰ ਪ੍ਰੀਤ ਨ ਪਾਏ। ਜਿਤ ਕੰਮ ਹਰ ਵਿਸਰੈ ਦੂਜੈ ਲੱਗੈ ਜਾਏ। ਐਸਾ ਸਤਿਗੁਰ ਸੇਵੀਐ ਮਨਾ ਜਿਤ ਸੇਵਿਐ ਗੋਬਿੰਦ ਪ੍ਰੀਤ ਉਪਜੈ। ਅਵਰ ਵਿਸਰ ਸਭ ਜਾਏ। ਹਰ ਸੇਤੀ ਚਿਤ ਗਹਿਰੈ ਜਰਾ ਕਾ ਭਉ ਨ ਹੋਵਈ। ਜੀਵਨ ਪਦਵੀ ਪਾਏ ਰਹਾਉ। ਗੋਬਿੰਦ ਪ੍ਰੀਤ ਸਿਉ ਇਕ ਸਹਿਜ ਉਪਜਿਆ। ਵੇਖ ਜੈਸੀ ਭਗਤ ਬਣੀ ਆਪ ਸੇਤੀ ਆਪ ਖਾਇਆ। ਤਾਂ ਮਰ ਨਿਰਮਲ ਹੋਆ ਜੋਤੀ ਜੋਤ ਸਮਈ। ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ। ਜੇ ਲੋਚੈ ਸਭ ਕੋਇ ਕੂੜੈ ਕੀ ਪਾਲ ਵਿੱਚੋਂ ਨਿਕਲੈ। ਤਾਂ ਸਦਾ ਸੁਖ ਹੋਏ। ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ। ਗੁਰ ਆਗੈ ਜਿਉ ਧਰੇ। ਸਤਿਗੁਰ ਕਾ ਭਾਣਾ ਚਿਤ ਕਰੇ। ਸਤਿਗੁਰ ਆਪੇ ਕਿਰਪਾ ਕਰੇ। ਨਾਨਕ ਐਸੇ ਸਤਿਗੁਰ ਕੀ ਕਿਆ ਉਹ ਸੇਵਕ ਸੇਵਾ ਕਰੇ। ਗੁਰ ਆਗੈ ਜਿਉ ਧਰੇ। ਸਤਿਗੁਰ ਕਾ ਭਾਣਾ ਚਿਤ ਕਰੇ। ਸਤਿਗੁਰ ਆਪੇ ਕਿਰਪਾ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰਬਾਣੀ ਦੀ ਜੋ ਲੜੀਵਾਰ ਕਥਾ ਇਸ ਪਾਵਨ ਸਥਾਨ 'ਤੇ ਚੱਲ ਰਹੀ ਹੈ, ਤਿਸ ਦੇ ਤਹਿਤ ਗੁਜਰੀ ਰਾਗ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਇਸ ਸਮੇਂ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 490 ਤੇ ਸੁਭਾਏਮਾਨ ਹੈ। ਇੱਥੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਪਹਿਲਾ ਸ਼ਬਦ ਹੈ। ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਗੁਜਰੀ ਰਾਗ ਦੇ ਵਿੱਚ ਦੋ ਸ਼ਬਦ ਆਏ ਹਨ। ਆਰੰਭ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਸ ਪਾਵਨ ਸ਼ਬਦ ਦੇ ਵਿੱਚ ਜੋ ਉਪਦੇਸ਼ ਕਰ ਰਹੇ ਹਨ, ਰਹਾਉ ਦਾ ਬੰਦ ਹੈ। ਐਸਾ ਸਤਿਗੁਰ ਸੇਵੀਐ ਮਨਾ ਜਿਤ ਸੇਵਿਐ ਗੋਬਿੰਦ ਪ੍ਰੀਤ ਉਪਜੈ। ਅਵਰ ਵਿਸਰ ਸਭ ਜਾਏ। ਹਰ ਸੇਤੀ ਚਿਤ ਗਹਿਰੈ ਜਰਾ ਕਾ ਭਉ ਨ ਹੋਈ। ਜੀਵਨ ਪਦਵੀ ਪਾਏ। ਐਸੇ ਸਤਿਗੁਰੂ ਦੀ ਸਾਨੂੰ ਸੇਵਾ ਕਰਨੀ ਚਾਹੀਦੀ ਹੈ, ਜਿਸ ਦੀ ਸੇਵਾ ਕਰਨ ਦੇ ਨਾਲ ਹਿਰਦੇ ਦੇ ਵਿੱਚ ਰੱਬ ਦੀ ਪ੍ਰੀਤ ਪੈਦਾ ਹੋਵੇ ਅਤੇ ਹੋਰ ਸਾਰਾ ਕੁਝ ਵਿਸਰ ਜਾਵੇ। ਮਨ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਜਾਵੇ ਅਤੇ ਵਡੇਪੇ ਆਦਿ ਦਾ ਜਿਹੜਾ ਡਰ ਹੈ ਮਨ ਦੇ ਵਿੱਚ ਉਹ ਖਤਮ ਹੋ ਜਾਵੇ। ਜੀਵਨ ਦੀ ਉੱਚੀ ਪਦਵੀ ਮਿਲ ਜਾਵੇ।
ਜਦੋਂ ਜੀਵਨ ਦੀ ਉੱਚ ਪਦਵੀ ਅੰਤਰੀਵ ਭਾਵ ਕਰਕੇ ਮਿਲ ਜਾਂਦੀ ਹੈ, ਫਿਰ ਸਰੀਰ ਦੀ ਕੋਈ ਵੀ ਅਵਸਥਾ ਹੋਵੇ, ਭਾਵੇਂ ਬਚਪਨ, ਭਾਵੇਂ ਜਵਾਨੀ ਹੈ, ਭਾਵੇਂ ਬੁਢੇਪਾ ਹੈ, ਮਨੁੱਖ ਉਹ ਸਰੀਰ ਦੀ ਅਵਸਥਾ ਤੋਂ ਅੱਗੇ ਲੰਘ ਕੇ ਮਹਾਨ ਆਨੰਦ ਨੂੰ ਪ੍ਰਾਪਤ ਕਰਕੇ ਜੀਵਨ ਦੇ ਝਮੇਲਿਆਂ ਵਿੱਚੋਂ ਨਿਕਲ ਕੇ ਪਰਮ ਰਸ ਦੇ ਵਿੱਚ ਲੀਨ ਰਹਿੰਦਾ ਹੈ। ਉਹਦਾ ਬਚਪਨ, ਜਵਾਨੀ, ਬੁਢੇਪਾ ਇੱਕੋ ਜਿਹੀ ਅਵਸਥਾ ਹੁੰਦੀ ਹੈ। ਆਮ ਜੋ ਅਸੀਂ ਆਪਾਂ ਜੀਵ ਹਾਂ, ਸਾਡਾ ਬਚਪਨ ਵੀ ਬੇਸਮਝੀ ਵਿੱਚ ਲੰਘ ਜਾਂਦਾ ਹੈ, ਜਵਾਨੀ ਅਵਸਥਾ ਵੀ ਔਰ ਬੁਢੇਪਾ ਵੀ ਰੁਲਦਿਆਂ ਖੁਰਲਦਿਆਂ ਮਨੁੱਖ ਦਾ ਲੰਘਦਾ ਹੈ, ਕਿਉਂਕਿ ਆਤਮਿਕ ਜੀਵਨ ਤੱਕ ਪਹੁੰਚਿਆ ਨਹੀਂ। ਇਸ ਕਰਕੇ ਬਚਪਨ ਵੀ ਉਸ ਤਰ੍ਹਾਂ ਦਾ ਹੈ, ਜਵਾਨੀ ਵੀ ਔਰ ਬੁਢੇਪਾ ਵੀ। ਇਸ ਕਰਕੇ ਐਸੇ ਸਤਿਗੁਰੂ ਦੀ ਸੇਵਾ ਕਰੀਏ ਜਿੱਥੋਂ ਸਾਨੂੰ ਉਹ ਮਹਾਨ ਆਨੰਦ ਵਾਲਾ ਜੀਵਨ ਪ੍ਰਾਪਤ ਹੋ ਜਾਵੇ, ਜਿਸ ਜੀਵਨ ਦੇ ਉੱਪਰ ਕਿਸੇ ਵੀ ਅਵਸਥਾ ਦਾ ਅਸਰ ਨਹੀਂ ਹੁੰਦਾ। ਨਹੀਂ ਤਾਂ ਇਹ ਜਿਹੜੀ ਸਾਡੀ ਸਰੀਰ ਦੀ ਅਵਸਥਾ ਹੈ, ਇਹਦਾ ਸਾਡੇ ਮਨ 'ਤੇ ਵੀ ਬੜਾ ਅਸਰ ਹੁੰਦਾ ਹੈ, ਬਚਪਨ ਦਾ, ਜਵਾਨੀ ਦਾ, ਬਿਰਧ ਅਵਸਥਾ ਦਾ। ਪਰ ਜਿਨ੍ਹਾਂ ਨੇ ਸ਼ਬਦ ਦੀ ਕਮਾਈ ਕੀਤੀ, ਉਹਨਾਂ ਨੂੰ ਇੱਕ ਨਵਾਂ ਜੀਵਨ ਮਿਲ ਜਾਂਦਾ ਹੈ। ਮਹਾਰਾਜ ਉਹ ਬਾਣੀ ਵਿੱਚ ਕਹਿੰਦੇ ਨੇ, ਜੀਵਨੋਂ ਮੈਂ ਜੀਵਨ ਪਾਇਆ ਗੁਰਮੁਖ ਭਾਏ ਰਾਮ। ਉਹ ਜੀਵਨ ਮਿਲ ਗਿਆ ਹੈ ਜਿਹੜਾ ਜੀਵਨ ਕਦੇ ਨਾਸ ਨਹੀਂ ਹੁੰਦਾ, ਅਤੇ ਜਿਸ ਜੀਵਨ ਦੇ ਉੱਪਰ ਸੰਸਾਰ ਦੀ ਕਿਸੇ ਵੀ ਅਵਸਥਾ ਦਾ ਉਹ ਮਹਾਰਾਜ ਨੌਵੇਂ ਪਾਤਸ਼ਾਹ ਕਹਿੰਦੇ, ਗੁਰ ਕਿਰਪਾ ਜੇ ਨਰਕੋ ਕੀਨੀ ਤੇ ਇਹ ਜੁਗਤ ਪਛਾਨੀ। ਉਹ ਜੁਗਤੀ ਹਰ ਇੱਕ ਦੇ ਕੋਲ ਨਹੀਂ ਹੈ। ਗੁਰੂ ਦੀ ਜਿਸ 'ਤੇ ਕਿਰਪਾ ਹੋਵੇ ਉਸ ਨੂੰ ਉਹ ਜੀਵਨ ਦੀ ਜੁਗਤ ਆ ਜਾਂਦੀ ਹੈ ਸਾਡੇ ਅੰਦਰ ਹੀ ਉਹ ਜੀਵਨ, ਪਰ ਸਾਨੂੰ ਉਹ ਵਰਤਣ ਦਾ ਤਰੀਕਾ ਨਹੀਂ ਆ ਰਿਹਾ ਵੀ ਉਹ ਜਿਹੜਾ ਸਾਡੇ ਅੰਦਰ ਆਤਮਿਕ ਹੈ ਤਾਂ ਮਨੁੱਖ ਦੇ ਅੰਦਰ ਹੀ। ਗੁਰ ਕਿਰਪਾ ਜੇ ਨਰਕੋ ਕੀਨੀ ਤੇ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਉਸ ਅਵਸਥਾ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਸੱਚੇ ਸਤਿਗੁਰੂ ਦੇ ਕੋਲੋਂ। ਉਹ ਮਹਾਰਾਜ ਇੱਥੇ ਦੱਸ ਰਹੇ ਹਨ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਫਰਮਾਨ ਕਰ ਰਹੇ ਹਨ। ਰਾਗ ਗੁਜਰੀ ਮਹੱਲਾ ਤੀਜਾ, ਘਰ ਪਹਿਲਾ। ਗੁਜਰੀ ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਹ ਪਹਿਲਾ ਸ਼ਬਦ ਹੈ, ਅਤੇ ਮਹਾਰਾਜ ਇਸ ਨੂੰ ਰਾਗ ਤਾਲ ਦੇ ਅਨੁਸਾਰ ਪਹਿਲੇ ਘਰ ਵਿੱਚ ਗਾਉਣ ਦਾ ਹੁਕਮ ਕਰ ਰਹੇ ਹਨ। ਇਹ ਜੋ ਮਹਾਰਾਜ ਨੇ ਨਾਲ ਘਰ ਲਿਖੇ ਨੇ, 17 ਘਰ ਗੁਰਬਾਣੀ ਦੇ ਵਿੱਚ ਵਰਤੇ ਹਨ। ਅੱਜ ਆਪਾਂ ਵੇਖੀਏ ਸਿੱਖ ਕੌਮ ਜਿਹੜੀ ਹੈ, ਸਿੱਖ ਧਰਮ ਇਹਨਾਂ ਚੀਜ਼ਾਂ ਤੋਂ ਵਿਰਵੀ ਹੋ ਰਹੀ ਹੈ, ਖਾਲੀ ਹੋ ਰਹੀ ਹੈ। ਜਿਹੜਾ ਇਹ ਰਾਗ ਦੇ ਵਿੱਚ ਇਹਨਾਂ ਸ਼ਬਦਾਂ ਨੂੰ ਉਸੇ ਵਿਧੀ ਦੇ ਨਾਲ ਗਾਣਾ, ਜਿਹੜੀ ਵਿਧੀ ਗੁਰੂ ਪਾਤਸ਼ਾਹ ਨੇ ਵਿੱਚ ਦੱਸੀ ਹੋਈ ਹੈ, ਉਹ ਵਿਧੀ ਹੁਣ ਰਾਗੀ ਸਿੰਘ ਨਹੀਂ ਵਰਤਦੇ। ਉਹਦਾ ਕਾਰਨ ਕਿ ਪਦਾਰਥਵਾਦੀ ਯੁੱਗ ਦੇ ਵਿੱਚ ਆਪਾਂ ਵੇਖਦੇ ਹਾਂ, ਆਪਾਂ ਹੋਰ ਕੰਮ ਕਰਨ ਲੱਗੇ ਹਾਂ, ਪੈਸਾ ਲਾ ਦਿੰਦੇ ਹਾਂ, ਪਰ ਇਸ ਪਾਸੇ ਸਾਡਾ ਧਿਆਨ ਨਹੀਂ ਹੈ। ਇੱਦਾਂ ਕਹਿ ਲਓ ਸਿੱਧੇ ਸ਼ਬਦਾਂ ਵਿੱਚ, ਇਹਦੀ ਕਦਰ ਨਹੀਂ ਰਹਿ ਗਈ। ਅਤੇ ਕੱਲ੍ਹ ਵੀ ਇੱਕ ਸਰੀਰ ਬੋਲ ਰਿਹਾ ਸੀ ਇਸ ਬਾਬਤ ਕਿ ਕਈ ਸਾਡੇ ਢਾਡੀ, ਨਾਮਵਰ ਢਾਡੀ ਜਿਹੜੇ ਸਾਡੇ, ਜਿਨ੍ਹਾਂ ਦੀ ਆਵਾਜ਼ ਬੜੀ ਸੋਹਣੀ ਸੀ, ਜਿਨ੍ਹਾਂ ਦੇ ਕੋਲ ਗੁਣ ਬੜਾ ਸੀ, ਅਤੇ ਉਹ ਇਹ ਛੱਡ ਕੇ ਅਤੇ ਜਾ ਕੇ ਗੀਤ ਗਾਉਣ ਲੱਗ ਪਏ, ਕਿਉਂਕਿ ਉੱਧਰ ਪੈਸਾ ਜ਼ਿਆਦਾ ਮਿਲਦਾ ਹੈ। ਇੱਧਰ ਕਲਾ ਦਾ ਕਦਰਦਾਨ ਨਹੀਂ ਰਹਿ ਗਏ, ਕੀਰਤਨ ਦੀ ਕਲਾ ਦੇ ਇੰਨੇ ਕਦਰਦਾਨ ਨਹੀਂ ਰਹਿ ਗਏ।
ਤੇ ਇਸ ਕਰਕੇ ਉਹ ਕਲਾ ਹੁਣ ਪੁਰਾਤਨ ਨਾ ਰਾਗੀ ਸਿੰਘ ਫਿਰ ਉਨੀ ਮਿਹਨਤ ਕਰਦੇ ਨੇ, ਕਿਉਂਕਿ ਉਸ ਚੀਜ਼ ਦੀ ਮਿਹਨਤ ਹੋਵੇਗੀ ਜਿਸ ਦੀ ਕਦਰ ਹੋਵੇਗੀ। ਕੁਦਰਤੀ ਗੱਲ ਹੈ, ਉਹ ਦੁਕਾਨਦਾਰ ਆਪਣੀ ਦੁਕਾਨ ਨੂੰ ਹੋਰ ਸਵਾਰੇਗਾ, ਸ਼ਿੰਗਾਰੇਗਾ ਜਿਹਨੂੰ ਕੋਈ ਆਮਦਨ ਹੈ, ਅਤੇ ਜਿਹਨੂੰ ਪਹਿਲਾਂ ਹੀ ਘਾਟਾ ਪੈ ਰਿਹਾ ਹੈ ਉਹਨੇ ਫਿਰ ਆਪਣੀ ਦੁਕਾਨ ਨੂੰ ਹੋਰ ਕੀ ਸਵਾਰਨਾ। ਬਾਜ਼ਾਰ ਵਿੱਚ ਜਾਈਏ ਨਾ, ਕਈ ਆਪਣੀ ਦੁਕਾਨਾਂ ਨੂੰ ਢਾਹ ਕੇ ਦੁਬਾਰਾ ਬਣਾ ਰਹੇ, ਨਵਾਂ ਕਰ ਰਹੇ ਨੇ। ਆਖਰ ਉਹਨਾਂ ਨੂੰ ਕੋਈ ਆਮਦਨ ਹੈ ਤਾਂ ਹੀ, ਨਹੀਂ ਤਾਂ ਕਈ ਪੁਰਾਣੀ ਦੁਕਾਨ ਵਿੱਚ ਹੀ ਸਾਰੀ ਉਮਰ ਕੱਢ ਜਾਂਦੇ ਨੇ। ਚੀਜ਼ ਦੀ ਕਦਰਦਾਨ ਨਹੀਂ ਰਹੇ। ਦੇਖੋ ਬਹੁਤ ਵੱਡੀ ਗੱਲ ਹੈ। ਮਹਾਰਾਜ ਕਹਿੰਦੇ ਇਹਨੂੰ ਪਹਿਲੇ ਘਰ ਵਿੱਚ ਗਾਣਾ। ਹੁਣ ਆਪਾਂ ਨੂੰ ਕੀ ਪਤਾ ਪਹਿਲਾ ਘਰ ਕੀ ਹੈ, ਕਿਉਂਕਿ ਸਾਡੇ ਕੋਲ ਸਿੱਧਾ ਜਿਹਾ ਹੁਣ ਕੰਮ ਰਹਿ ਗਿਆ ਹੈ। ਮਿਹਨਤ ਇਹਦੇ ਵਿੱਚ ਇਹਨੂੰ ਬਾਣੀ ਨੂੰ ਜਿਸ ਤਰ੍ਹਾਂ ਮਹਾਰਾਜ ਨੇ ਲਿਖਿਆ ਉਸ ਤਰ੍ਹਾਂ ਗਾਣਾ ਬੜੀ ਮਿਹਨਤ ਦੀ ਗੱਲ ਹੈ। ਬਹੁਤ ਘੰਟੇ ਰਿਆਜ਼ ਕਰਕੇ ਫਿਰ ਉਹਨੂੰ ਸਟੇਜ 'ਤੇ ਗਾਇਆ ਜਾਵੇਗਾ। ਜਿਸ ਤਰ੍ਹਾਂ ਇਹ ਸ਼ਬਦ ਮਹਾਰਾਜ ਨੇ ਜਿਹੜੀ ਵਿਧੀ ਨਾਲ ਲਿਖਿਆ, ਇਹਨੂੰ ਪਹਿਲੇ ਘਰ ਵਿੱਚ ਤਾਲ ਦਾ ਪਹਿਲਾ ਘਰ ਜਿਹੜਾ ਹੈ ਰਾਗ ਦੇ ਅਨੁਸਾਰ, ਉਸ ਘਰ ਵਿੱਚ ਫਿਰ ਇਹ ਰਾਗ ਦਾ ਸਮਾਂ ਕਿਹੜਾ ਹੈ। ਗੁਜਰੀ ਰਾਗ ਦਾ ਜਿਹੜਾ ਸਮਾਂ ਹੈ ਨਾ, ਉਹ ਹੈ ਦਿਨ ਦੀਆਂ 4 ਘੜੀਆਂ ਸਮਾਂ ਚੜ੍ਹ ਜਾਵੇ, ਦਿਨ 4 ਘੜੀਆਂ ਦਾ ਸਮਾਂ ਲੰਘ ਚੁੱਕਾ ਹੋਵੇ, ਫਿਰ ਗੁਜਰੀ ਰਾਗ ਗਾਇਆ ਜਾਣਾ ਹੈ। ਆਸਾ ਰਾਗ ਦਾ ਹੁਣ ਸਮਾਂ ਚੱਲ ਰਿਹਾ ਹੈ, ਭੈਰਵੀ ਰਾਗ ਵੀ ਇਸ ਸਮੇਂ ਰਾਗੀ ਸਿੰਘ ਗਾਉਂਦੇ ਹਨ। ਤੋ ਇਹਨੂੰ ਪਹਿਲੇ ਘਰ ਵਿੱਚ ਗਾਉਣ ਦਾ ਮਹਾਰਾਜ ਜੀ ਦਾ ਹੁਕਮ ਹੈ। ਸਾਨੂੰ ਗੁਰੂ ਦਾ ਹੁਕਮ ਮੰਨਣਾ। ਅੱਜ ਦੇ ਸ਼ਬਦ ਵਿੱਚ ਇਹ ਗੱਲ ਆਈ ਵੀ ਗੁਰੂ ਦੀ ਸੇਵਾ ਕਰੋ। ਸੇਵਾ ਦਾ ਭਾਵ ਹੈ ਗੁਰੂ ਦਾ ਹੁਕਮ ਮੰਨਣਾ, ਅਤੇ ਹੁਕਮ ਆਪਾਂ ਸਾਰਿਆਂ ਨੂੰ ਮੰਨਣਾ ਪਵੇਗਾ। ਜੇ ਆਪਾਂ ਚਾਹੁੰਦੇ ਹਾਂ ਰਾਗੀ ਇਹਨੂੰ ਰਾਗ ਵਿੱਚ ਹੀ ਗਾਣ, ਅਤੇ ਸਾਨੂੰ ਉਸ ਤਰ੍ਹਾਂ ਦਾ ਸਿਸਟਮ ਬਣਾਉਣਾ ਪਵੇਗਾ। ਸਾਡੇ ਕੋਲ ਨਿਰੋਲ ਗੁਰਬਾਣੀ ਦੀ ਵਿਚਾਰ ਪਹੁੰਚੇ ਅਤੇ ਸਾਨੂੰ ਉਸ ਤਰ੍ਹਾਂ ਦਾ ਗ੍ਰੰਥੀ ਰੱਖਣਾ ਪਵੇਗਾ, ਉਸ ਤਰ੍ਹਾਂ ਦਾ ਪ੍ਰਚਾਰਕ ਰੱਖਣਾ ਪਵੇਗਾ। ਤੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਦਾ ਮੰਗਲਾਚਰਨ ਕੀਤਾ ਇੱਕੋ ਹੈ। ਕਿਉਂਕਿ ਆਪਾਂ ਪੜ੍ਹਦੇ ਨਹੀਂ, ਪੁਰਾਣੇ ਗ੍ਰੰਥਾਂ ਨੂੰ ਪੜ੍ਹੋ। ਕਿਸੇ ਨੇ 2 ਰੱਬ, ਕਿਸੇ ਨੇ 3, ਕਿਸੇ ਨੇ ਰੱਬ ਤੋਂ ਉਲਟ ਹੋਰ ਸ਼ਕਤੀਆਂ ਵੀ ਕਥਨ ਕੀਤੀਆਂ ਹਨ। ਸਾਡੇ ਇਸ ਮੁਲਕ ਵਿੱਚ 24 ਭਗਵਾਨਾਂ ਦਾ ਜ਼ਿਕਰ ਵੀ ਆਉਂਦਾ ਹੈ। ਮਹਾਰਾਜ ਕਹਿੰਦੇ ਭਾਈ ਨਹੀਂ, ਵਾਹਿਗੁਰੂ ਇੱਕੋ ਹੈ। ਉਹੀ ਸਾਰੇ ਸੰਸਾਰ ਨੂੰ ਬਣਾਉਂਦਾ ਹੈ, ਪਾਲਦਾ ਹੈ ਔਰ ਲੈਤਾ ਕਰਨ ਵਾਲਾ ਹੈ। ਉਸ ਦੇ ਨਾਲ ਮਨੁੱਖ ਨੇ ਜੁੜਨਾ ਹੈ। ਮਨੁੱਖ ਦਾ ਜੀਵਨ ਸਫਲ ਕਿਵੇਂ ਹੋਵੇਗਾ? ਇੱਕ ਵਾਹਿਗੁਰੂ ਨਾਲ ਜੁੜਨਾ ਹੈ। ਅਤੇ ਜੁੜਨ ਦੀ ਵਿਧੀ ਕੀ ਹੈ? ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਕਿਰਪਾ ਨਾਲ ਰੱਬ ਨਾਲ ਜੁੜਿਆ ਜਾਵੇਗਾ। ਸਤਿਗੁਰੂ ਦੀ ਕਿਰਪਾ ਕਿਵੇਂ ਮਿਲਦੀ ਹੈ? ਸਤਿਗੁਰੂ ਦਾ ਹੁਕਮ ਮੰਨ ਕੇ। ਮਹਾਰਾਜ ਕਹਿੰਦੇ ਜੇ ਰੱਬ ਦੇ ਨਾਲ ਮਨੁੱਖ ਨਹੀਂ ਜੁੜਿਆ, ਤ੍ਰਿਗ ਅਵੇਹਾ ਜੀਵਣਾ ਜਿਤ ਹਰ ਪ੍ਰੀਤ ਨਾ ਪਾਏ। ਐਸੇ ਜੀਵਨ ਨੂੰ ਤ੍ਰਿਗਕਾਰ ਲਾਹਣਤਾਂ ਹਨ, ਫਟਕਾਰਾਂ ਹਨ। ਜੇਕਰ ਮਨੁੱਖ ਹੋ ਕੇ ਇਹ ਰੱਬ ਨਾਲ ਪ੍ਰੀਤ ਨਹੀਂ ਕਰਦਾ, ਰੱਬ ਦਾ ਨਾਮ ਨਹੀਂ ਜਪਦਾ, ਐਸੇ ਜੀਵਨ ਦਾ ਫਿਰ ਕੀ ਥੁੜਿਆ ਹੈ? ਐਸੇ ਜੀਵਨ ਦੀ ਲੋੜ ਹੀ ਨਹੀਂ। ਕਿਉਂਕਿ 84 ਲੱਖ ਜੂਨੀਆਂ ਦੇ ਵਿੱਚ ਜੇ ਕਿ ਆਪਾਂ ਪਰਿਵਾਰ ਨੂੰ, ਬੱਚਿਆਂ ਨੂੰ ਜਨਮ ਦੇਣਾ, ਪਾਲਣਾ, ਸੈਟਲ ਕਰਨਾ, ਇਹ ਤਾਂ ਪੰਛੀ ਵੀ ਕਰਦੇ ਨੇ, ਪਸ਼ੂ ਵੀ ਕਰਦੇ ਨੇ, ਜਾਨਵਰ, ਜੀਵ ਜੰਤੂ, ਉਹ ਵੀ ਆਪਣੇ ਬੱਚਿਆਂ ਨੂੰ ਪਾਲਦੇ ਨੇ। ਪੰਛੀ ਵੀ ਆਪਣੇ ਬੱਚਿਆਂ ਨੂੰ ਉਡਾਰੀ ਮਾਰਨੀ ਸਿਖਾਉਂਦੇ ਨੇ, ਆਪਣੇ ਬੱਚਿਆਂ ਨੂੰ ਗਿਆਨ ਦਿੰਦੇ ਨੇ। ਉਹ ਵੀ ਸ਼ੇਰ ਵੀ ਆਪਣੇ ਬੱਚਿਆਂ ਨੂੰ ਸ਼ਿਕਾਰ ਕਰਨਾ ਸਿਖਾਉਂਦਾ ਵੀ ਉਹ ਵੀ ਸੈਟਲ ਹੋ ਜਾਣ ਜ਼ਿੰਦਗੀ ਦੇ ਵਿੱਚ, ਉਹਨਾਂ ਨੂੰ ਵੀ ਪਤਾ ਲੱਗ ਜੇ ਜੀਵਨ ਕਿਵੇਂ ਜੀਵਣਾ ਹੈ। ਅਤੇ ਜੇ ਆਪਾਂ ਵੀ ਇੱਥੇ ਫਿਰਦੇ ਪਏ ਹਾਂ ਅਤੇ ਫਿਰ ਆਪਣੇ ਵਿੱਚ ਅਤੇ ਪਸ਼ੂਆਂ ਵਿੱਚ ਮਹਾਰਾਜ ਕਹਿੰਦੇ ਕੋਈ ਫਰਕ ਨਹੀਂ ਰਹਿ ਗਿਆ। ਮਨੁੱਖ ਜੀਵਨ ਉੱਤਮ ਤਾਂ ਹੀ ਹੈ ਜੇਕਰ ਇਹ ਸੰਸਾਰ ਦੀ ਕਿਰਤ ਕਰਦਿਆਂ ਹੋਇਆਂ ਵਾਹਿਗੁਰੂ ਨਾਲ ਪ੍ਰੀਤ ਪਾਵੇ। ਜਿਤ ਕੰਮ ਹਰ ਵਿਸਰੈ ਦੂਜੈ ਲੱਗੈ ਜਾਏ। ਜਿਹੜੇ ਕੰਮ ਕਰਨ ਨਾਲ ਰੱਬ ਵਿਸਰਦਾ ਹੈ ਅਤੇ ਜੀਵ ਦਵੈਤ ਭਾਵ ਵਿੱਚ ਉਹਦਾ, ਐਸੇ ਕੰਮ ਨੂੰ, ਕਿਰਤ ਨੂੰ, ਐਸੇ ਜੀਵਨ ਨੂੰ ਫਟਕਾਰਾਂ ਹਨ।
ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਜਿਨ ਹਾਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰੂ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਉਹਨਾਂ ਦੇ ਸਾਰੇ ਜੀਵਨ ਨੂੰ ਤ੍ਰਿਗਕਾਰ, ਤੇ ਫਿਰ ਜਿੰਨੇ ਹੋਰ ਜੀਵਨ ਦੀ ਆਸ ਲਾਈ ਬੈਠੇ ਨੇ, ਉਸ ਜੀਵਨ ਨੂੰ ਵੀ ਤ੍ਰਿਗਕਾਰ। ਐਸਾ ਸਤਿਗੁਰ ਸੇਵੀਐ ਮਨਾ, ਜਿਤ ਸੇਵਿਐ ਗੋਵਿੰਦ ਪ੍ਰੀਤ ਊਪਜੈ। ਅਵਰ ਵਿਸਰ ਸਭ ਜਾਏ ਹੇ ਮਨਾ, ਐਸਾ ਸਤਿਗੁਰੂ ਸੇਵੀ। ਐਸੇ ਸਤਿਗੁਰੂ ਦਾ ਸਿੱਖ ਬਣੀ, ਜਿਸ ਦੀ ਸੇਵਾ ਕਰਨ ਨਾਲ ਤੈਨੂੰ ਰੱਬ ਚੇਤੇ ਆਵੇ। ਕਿਉਂਕਿ ਦੁਨੀਆ ਦੇ ਵਿੱਚ ਆਪਾਂ ਵੇਖਦੇ ਹਾਂ, ਹੋਰ ਵੀ ਬੜੇ ਗੁਰੂ ਬਣੇ ਬੈਠੇ। ਅੱਜ ਹੀ ਨਹੀਂ, ਪਹਿਲਾਂ ਤੋਂ, ਤੇ ਇਹ ਚੱਲਦਾ ਹੀ ਰਹਿਣਾ ਸਿਸਟਮ। ਅਸਲ ਦੇ ਨਾਲ ਨਕਲ ਹੁੰਦੀ ਹੈ। ਸੰਸਾਰ ਦੇ ਵਿੱਚ ਕੱਚੇ ਪਿੱਲੇ ਗੁਰੂ ਪਹਿਲਾਂ ਵੀ ਸਨ, ਹੁਣ ਵੀ ਹਨ, ਤੇ ਇਹ ਚੱਲਦਾ ਹੀ ਰਹਿਣਾ ਸਿਸਟਮ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਤੂੰ ਭੁਲੇਖੇ ਵਿੱਚ ਨਾ ਪੈ ਜਾਵੀਂ। ਐਸੇ ਸਤਿਗੁਰੂ ਦੀ ਸੇਵਾ ਕਰ, ਐਸੇ ਸਤਿਗੁਰੂ ਨਾਲ ਜੁੜ, ਜਿਸ ਦੀ ਸੇਵਾ ਕਰਨ ਨਾਲ ਤੈਨੂੰ ਰੱਬ ਚੇਤੇ ਆਵੇ, ਤੇਰੇ ਹਿਰਦੇ ਵਿੱਚ ਰੱਬ ਦੀ ਪ੍ਰੀਤ ਪੈਦਾ ਹੋਵੇ। ਹੁਣ ਜਦੋਂ ਆਪਾਂ ਬਾਣੀ ਪੜ੍ਹਾਂਗੇ, ਵਿਚਾਰਾਂਗੇ, ਤਾਂ ਸਾਡੇ ਅੰਦਰ ਰੱਬ ਦੀ ਪ੍ਰੀਤ ਪੈਦਾ ਹੋਵੇਗੀ। ਕਿਉਂਕਿ ਗੁਰਬਾਣੀ ਦੇ ਵਿੱਚ ਗੱਲ ਹੀ ਰੱਬ ਦੀ ਹੈ, ਹੋਰ ਕੋਈ ਦੂਜੀ ਗੱਲ ਆਖੀ ਨਹੀਂ ਹੈ। ਜਿਵੇਂ ਜਿਵੇਂ ਬਾਣੀ ਨੂੰ ਪਿਆਰ ਨਾਲ ਪੜ੍ਹਾਂਗੇ, ਵਿਚਾਰਾਂਗੇ, ਹੋਰ ਸਾਰਾ ਕੁਝ ਵਿਸਰਦਾ ਜਾਵੇਗਾ। ਹਰ ਸੇਤੀ ਚਿਤ ਗਹਿਰੈ, ਜਰਾ ਕਾ ਭੋ ਨ ਹੋਵਈ। ਜੀਵਨ ਪਦਵੀ ਪਾਏ। ਵਾਹਿਗੁਰੂ ਨਾਲ ਤੇਰਾ ਚਿੱਤ ਜੁੜ ਜਾਵੇ। ਜਦੋਂ ਐਸੀ ਅਵਸਥਾ ਬਣ ਗਈ, ਨਾਮ ਜਪਦਿਆਂ ਜਪਦਿਆਂ ਫਿਰ ਬੁਢੇਪੇ ਦਾ ਡਰ ਨਹੀਂ ਲੱਗੇਗਾ। ਨਹੀਂ ਤੇ ਬੁਢੇਪੇ ਅਵਸਥਾ ਦੇ ਵਿੱਚ ਜਦੋਂ ਮਨੁੱਖ ਆਉਂਦਾ ਹੈ, ਬੜਾ ਘਬਰਾਉਂਦਾ ਹੈ, ਬੜਾ ਮਨ ਵਿੱਚ ਪਛਤਾਉਂਦਾ ਹੈ ਕਿ ਹੁਣ ਮੇਰਾ ਕੀ ਬਣੇਗਾ, ਹੁਣ ਮੇਰਾ ਕੀ ਹੋਵੇਗਾ, ਮੈਂ ਕਿਹੜੇ ਪਾਸੇ ਜਾਵਾਂਗਾ। ਮਹਾਰਾਜ ਕਹਿੰਦੇ, ਜੇ ਭਾਈ ਨਾਮ ਜਪੋਗੇ, ਬਾਣੀ ਪੜ੍ਹੀ ਜਾਵੋਗੇ, ਬੁਢੇਪੇ ਦਾ ਡਰ ਤੁਹਾਨੂੰ ਸਤਾਵੇਗਾ ਨਹੀਂ, ਇਹ ਦੁਖੀ ਨਹੀਂ ਕਰ ਸਕੇਗਾ। ਕਿਉਂਕਿ ਜੀਵਨ ਪਦਵੀ ਪਾਏ, ਉੱਚੀ ਜੀਵਨ ਪਦਵੀ, ਉੱਚਾ ਆਤਮਿਕ ਜੀਵਨ ਮਿਲ ਜਾਵੇਗਾ। ਤੇ ਜਦੋਂ ਇਸ ਸਰੀਰ ਨੂੰ ਛੱਡਣਾ ਹੈ, ਫਿਰ ਦੁੱਖ ਨਹੀਂ ਹੋਵੇਗਾ। ਜਿਵੇਂ ਕੋਈ ਮਨੁੱਖ ਕੁੱਲੀ ਦੇ ਵਿੱਚੋਂ ਨਿਕਲ ਕੇ ਮਹਿਲ ਵਿੱਚ ਜਾਣ ਲੱਗੇ, ਉਹਨੂੰ ਖੁਸ਼ੀ ਹੁੰਦੀ ਕਿ ਗਮ ਹੁੰਦਾ ਹੈ? ਉਹਨੂੰ ਖੁਸ਼ੀ ਹੋਵੇਗੀ ਵੀ ਮੈਂ ਅੱਜ ਕੁੱਲੀ ਵਾਲਾ ਜੀਵਨ ਇਹ ਛੱਡ ਕੇ ਤੇ ਹੁਣ ਮੈਨੂੰ ਮਹਿਲ ਮਿਲਣ ਲੱਗਾ ਹੈ, ਬੜਾ ਖੁਸ਼ ਹੋਵੇਗਾ। ਉਹਦਾ ਧਰਤੀ 'ਤੇ ਪੈਰ ਨਹੀਂ ਟਿਕੇਗਾ। ਇਸੇ ਤਰ੍ਹਾਂ ਇਹ ਸਾਡਾ ਸਰੀਰਕ ਜੀਵਨ ਜਿਹੜਾ ਹੈ ਮਨੁੱਖਾ ਦੇ ਹੀ, ਇਹ ਕੁੱਲੀ ਵਾਲਾ ਜੀਵਨ ਹੈ, ਝੌਂਪੜੀ ਦਾ ਜੀਵਨ ਹੈ। ਪਰ ਜਦੋਂ ਨਾਮ ਜਪ ਕੇ ਉਸ ਵਾਹਿਗੁਰੂ ਦਾ ਸਵਰੂਪ, ਉਹ ਮਹਿਲ ਪ੍ਰਾਪਤ ਹੁੰਦਾ ਹੈ, ਤਾਂ ਜੀਵ ਆਨੰਦ ਨਾਲ ਭਰ ਜਾਂਦਾ ਹੈ, ਬੜਾ ਖੁਸ਼ ਹੋ ਕੇ ਸੰਸਾਰ ਤੋਂ ਜਾਂਦਾ ਹੈ। ਬਚਨ ਆਉਂਦੇ ਹਨ ਆਨਾ ਭਗਤ ਕਬੀਰ ਸਾਹਿਬ ਜੀ ਦੀ ਬਾਬਤ, ਪਰ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ ਹਨ। ਕਬੀਰ ਜਬ ਹਮ ਆਏ ਜਗਤ ਮੈਂ, ਜਗ ਹਸਾ ਹਮ ਰੋਏ। ਐਸੀ ਕਰਨੀ ਕਰ ਚਲੇ, ਹਮ ਹਸੇ ਜਗ ਰੋਏ। ਕਹਿੰਦੇ ਆਏ ਸੀ ਸੰਸਾਰ ਵਿੱਚ ਰੋਂਦੇ ਹੋਏ, ਪਰ ਬੰਦਗੀ ਕੀਤੀ, ਨਾਮ ਜਪਿਆ, ਤੇ ਹੁਣ ਹੱਸਦੇ ਹੋਏ ਸੰਸਾਰ ਤੋਂ ਵਾਪਸ ਜਾ ਰਹੇ ਹਾਂ ਆਪਣੇ ਘਰ ਦੇ ਵਿੱਚ ਲਾਹਾ ਖੱਟ ਕੇ। ਜਿਵੇਂ ਕੋਈ ਪਰਦੇਸ ਵਿੱਚ ਗਿਆ ਹੋਇਆ, ਉੱਥੇ ਕਾਮਯਾਬੀ ਪ੍ਰਾਪਤ ਕਰਕੇ ਵਾਪਸ ਆਉਂਦਾ, ਬੜਾ ਖੁਸ਼ ਹੁੰਦਾ ਹੈ। ਔਰ ਉਹਦੇ ਘਰ ਦੇ ਵੀ ਬੜੇ ਖੁਸ਼ ਹੁੰਦੇ ਨੇ ਵੀ ਸਾਡਾ ਧੀ ਪੁੱਤ ਕਾਮਯਾਬ ਹੋ ਕੇ ਵਾਪਸ ਮੁੜਿਆ ਹੈ। ਵਾਪਸ ਉੱਥੋਂ ਮੁੜਿਆ ਹੈ ਸਾਰਾ ਕੁਝ ਹਾਰ ਕੇ ਰੋਂਦਾ ਹੋਇਆ, ਤੇ ਇੱਧਰ ਘਰ ਦੇ ਵੀ ਪਰੇਸ਼ਾਨ ਹੋ ਜਾਂਦੇ ਨੇ, ਸਾਰਾ ਕੁਝ ਹੀ ਗਵਾ ਕੇ ਆ ਗਿਆ ਹੈ। ਤੋ ਇਸੇ ਤਰ੍ਹਾਂ ਜਦੋਂ ਕੋਈ ਨਾਮ ਜਪ ਕੇ ਵਾਪਸ ਮੁੜਦਾ ਹੈ, ਜੀਵਨ ਦੀ ਉੱਚੀ ਆਤਮਿਕ ਪਦਵੀ ਮਿਲ ਜਾਂਦੀ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ, ਗੋਬਿੰਦ ਪ੍ਰੀਤ ਸਿਉ ਇੱਕ ਸਹਿਜ ਉਪਜਿਆ, ਵੇਖ ਜੈਸੀ ਭਗਤ ਬਣੀ। ਮਹਾਰਾਜ ਕਹਿੰਦੇ ਵਾਹਿਗੁਰੂ ਨਾਲ ਪ੍ਰੀਤ ਕਰਤੀ ਜਦਨੇ ਵੀ, ਉਹਦੇ ਅੰਦਰ ਇੱਕ ਸਹਿਜ ਅਵਸਥਾ ਪੈਦਾ ਹੁੰਦੀ ਹੈ। ਉਹ ਸਹਿਜ ਅਵਸਥਾ
ਜੀਵ ਨੂੰ ਭਗਤੀ ਦੇ ਰੰਗ ਦੇ ਵਿੱਚ ਰੰਗ ਦਿੰਦੀ ਹੈ। ਐਸੀ ਭਗਤੀ ਦਾ ਰੰਗ ਚੜ੍ਹਦਾ ਹੈ ਜਿਸ ਨੂੰ ਸੰਸਾਰ ਦੀ ਕੋਈ ਵੀ ਤਾਕਤ ਲਾ ਨਹੀਂ ਸਕਦੀ। ਭਾਵੇਂ ਕਿ ਲੋਕਾਂ ਨੇ ਯਤਨ ਕੀਤਾ, ਜਿਵੇਂ ਭਗਤ ਪ੍ਰਹਿਲਾਦ ਜੀ ਦਾ ਭਗਤੀ ਦਾ ਰੰਗ ਲਾਉਣ ਵਾਸਤੇ ਉਹਨੂੰ ਅੱਗ ਦੇ ਵਿੱਚ ਵੀ ਸੁੱਟਿਆ ਗਿਆ, ਪਾਣੀ ਵਿੱਚ ਵੀ ਸੁੱਟਿਆ ਗਿਆ, ਹਾਥੀ ਦੇ ਅੱਗੇ ਵੀ, ਸੱਪਾਂ ਵਾਲੇ ਕਮਰੇ ਦੇ ਵਿੱਚ ਵੀ ਰੱਖਿਆ ਗਿਆ, ਪਹਾੜ ਤੋਂ ਵੀ ਸੁੱਟਿਆ ਗਿਆ। ਬਹੁਤ ਸਾਰੇ ਯਤਨ ਕੀਤੇ ਗਏ। ਜਿਵੇਂ ਬਾਣੀ ਵਿੱਚ ਬਚਨ ਆਉਂਦਾ ਹੈ, ਗਿਰ ਤਰ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ। ਕਿ ਦੁਸ਼ਟਾਂ ਨੇ ਆਖਿਆ ਤੇਰੀ ਉਮਰ ਵੱਡੀ ਕਰਨੇ ਆ, ਹੁਣੇ ਤੈਨੂੰ ਸਵਾਦ ਦੇਣੇ ਆ ਵਿਸ਼ਨੂੰ ਦੀ ਭਗਤੀ ਦਾ, ਰੱਬ ਦੀ ਭਗਤੀ ਕਰਨ ਦਾ। ਕਰਸੈਂ ਓਦ ਕਨੇਰੀ, ਤੇਰੀ ਉਮਰ ਵੱਡੀ ਕਰਦੇ ਆ। ਪਹਾੜ ਤੋਂ ਸੱਟਿਆ, ਅੱਗ ਦੇ ਵਿੱਚ ਸੱਟਿਆ, ਸੱਪਾਂ ਵਾਲੇ ਕਮਰੇ 'ਚ ਰੱਖਿਆ, ਜਲ ਦੇ ਵਿੱਚ, ਪਰ ਰੱਬ ਨੇ ਮਾਇਆ ਫੇਰ ਦਿੱਤੀ। ਉਹ ਚੀਜ਼ਾਂ ਦਾ ਸੁਭਾਅ ਉਲਟ ਹੋ ਗਿਆ ਤੇ ਉਹ ਭਗਤ ਪ੍ਰਹਿਲਾਦ ਦਾ ਕੁਝ ਵੀ ਵਿਗਾੜ ਨਹੀਂ ਸਕੇ। ਭਾਵ ਕਿ ਅਸਲ ਗੱਲ ਤਾਂ ਇਹ ਸੀ ਵੀ ਰੱਬ ਦੀ ਭਗਤੀ ਛੱਡ ਦੇਵੇ। ਹਰਨਾਕਸ਼ ਕਹਿੰਦਾ ਮੇਰਾ ਨਾਮ ਹੀ ਜਪਣ ਲੱਗ ਜਾ। ਤੋ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਐਸੀ ਭਗਤੀ ਬਣ ਜਾਂਦੀ ਹੈ। ਆਪ ਸੇਤੀ ਆਪ ਖਾਇਆ, ਤਾਂ ਮਨ ਨਿਰਮਲ ਹੋਇਆ, ਜੋਤੀ ਜੋਤ ਸਮਈ। ਆਪ ਸੇਤੀ ਆਪ ਖਾਇਆ, ਆਪਣੇ ਅੰਦਰ ਜਿਹੜੀ ਹੋਮ ਹੈ ਉਹਨੂੰ ਖਤਮ ਕਰ ਦੇਣਾ, ਆਪਾ ਗਵਾ ਦੇਣਾ। ਗੁਰਮੁਖ ਸ਼ਬਦ ਦੇ ਰਤਿਆਂ ਸੀਤਲ ਹੋਏ, ਆਪ ਗਵਾਏ। ਤਾਂ ਮਹਾਰਾਜ ਕਹਿੰਦੇ ਫਿਰ ਮਨ ਨਿਰਮਲ ਹੋ ਜਾਂਦਾ ਹੈ। ਮਨ ਦੇ ਨਿਰਮਲ ਹੁੰਦਿਆਂ ਹੀ ਰੱਬ ਵਿੱਚ ਜੋਤ ਆਤਮਾ ਲੀਨ ਹੋ ਜਾਂਦੀ। ਕੋਈ ਬਹੁਤਾ ਸਮਾਂ ਨਹੀਂ ਲੱਗਦਾ, ਬਸ ਇਹ ਮਨ ਨੂੰ ਨਿਰਮਲ ਹੋਣ 'ਤੇ ਸਮਾਂ ਲੱਗਦਾ ਹੈ। ਰੱਬ ਦਾ ਮਿਲਾਪ ਦਾ ਕੋਈ ਬਹੁਤਾ ਸਮਾਂ ਨਹੀਂ ਲੱਗਦਾ, ਪਰ ਜਿਹੜਾ ਸਾਡਾ ਮਨ ਹੈ ਇਹ ਵਿੱਚ ਰੁਕਾਵਟ ਹੈ, ਇਹਨੂੰ ਨਿਰਮਲ ਹੋਣ 'ਤੇ ਬਸ ਟਾਈਮ ਲੱਗ ਜਾਂਦਾ ਹੈ। ਜੇਕਰ ਇਹ ਮਨ ਸੰਸਾਰ ਵੱਲੋਂ ਮੁੜ ਜਾਵੇ ਤੇ ਨਿਰਮਲ ਹੋ ਜਾਂਦਾ ਹੈ, ਜੇ ਸੰਸਾਰ ਵੱਲ ਹੀ ਚੱਲੇ ਤੇ ਫਿਰ ਇਹ ਮੈਲਾ ਹੋ ਜਾਂਦਾ ਹੈ। ਤੋ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰਦੇ ਨੇ, ਬਿਨ ਭਾਗਾ ਐਸਾ ਸਤਿਗੁਰ ਨਾ ਪਾਈਐ, ਜੇ ਲੋਚੈ ਸਭ ਕੋਏ। ਪੂਰਾ ਸਤਿਗੁਰੂ ਇਹ ਵੀ ਚੰਗੇ ਭਾਗਾਂ ਨਾਲ ਮਿਲਦਾ ਹੈ। ਕੱਚੇ ਪਿੱਲੇ ਗੁਰੂ ਉਹ ਮਾੜੀ ਕਰਨੀ ਕਰਕੇ ਮਿਲਦੇ ਨੇ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚ ਇੱਕ ਗਾਥਾ ਆਉਂਦੀ ਨਾ, ਜਿਸ ਸਮੇਂ ਮਹਾਰਾਜ ਇੱਧਰ ਮਾਲਵੇ ਦੇ ਇਲਾਕੇ ਵਿੱਚ ਗਏ, ਜੰਗਲ ਦੇ ਵਿੱਚ ਜਾ ਰਹੇ ਨੇ, ਸਿੱਖ ਨਾਲ ਨੇ, ਨਾਲ ਇੱਕ ਬਹੁਤ ਵੱਡਾ ਅਜਗਰ ਸੱਪ। ਅਜਗਰ ਸੱਪ ਉਹਨੂੰ ਤਾਂ ਕਹਿੰਦੇ ਨੇ, ਅੱਜ ਨਾਮ ਹੈ ਬੱਕਰੇ ਦਾ। ਉਹ ਸੱਪ ਵੇਲੋ ਇੰਨਾ ਵੱਡਾ ਉਹਦਾ ਮੂੰਹ ਕਰ ਲੈਂਦਾ ਵੀ ਉਹ ਬੱਕਰੇ ਨੂੰ ਸਾਬਤ ਲੰਘਾ ਜਾਂਦਾ ਹੈ, ਤਾਂ ਉਹਨੂੰ ਕਹਿੰਦੇ ਨੇ ਅਜਗਰ ਸੱਪ। ਉਹਦਾ ਨਾਮ ਅਜਗਰ ਇਸੇ ਕਰਕੇ ਰੱਖਿਆ ਹੈ। ਅਜਗਰ ਸੱਪ ਬਹੁਤ ਵੱਡਾ ਸਰੀਰ ਹੁੰਦਾ ਇਹਦਾ, ਤੇ ਉਧਰ ਨੂੰ ਤੁਰਿਆ ਆ ਰਿਹਾ ਮਹਾਰਾਜ ਵਾਲੇ ਪਾਸੇ ਨੂੰ। ਸਿੱਖਾਂ ਨੇ ਵੇਖ ਲਿਆ, ਕਹਿੰਦੇ ਮਹਾਰਾਜ ਉਹ ਦੇਖੋ ਸਾਹਮਣੇ ਬਹੁਤ ਵੱਡੀ ਬਲਾ ਹੈ, ਸੱਪ ਹੈ ਅਜਗਰ। ਵੇਖ ਕੇ ਉਹਨੂੰ ਡਰ ਆਉਂਦਾ ਜਦੋਂ ਕੋਲ ਕਿਤੇ ਨੇੜੇ ਦੇਖ ਲਈ ਬੰਦਾ, ਤਾਂ ਮਹਾਰਾਜ ਕਹਿੰਦੇ ਕੋਈ ਨਹੀਂ ਇਹਨੂੰ ਆਉਣ ਦਿਓ। ਕਹਿੰਦੇ ਜਦੋਂ ਆਇਆ ਮਹਾਰਾਜ ਜੀ ਦੇ ਨਾ ਜੋੜੇ ਦੇ ਨਾਲ ਉਹਨੇ ਆਪਣਾ ਸੀਸ ਜਿਹੜਾ ਸਿਰ ਆਪਣਾ ਲਾਇਆ, ਉਹਦੇ ਪ੍ਰਾਣ ਨਿਕਲ ਗਏ। ਸਿੱਖਾਂ ਨੂੰ ਪੁੱਛਿਆ ਮਹਾਰਾਜ ਇਹ ਕੀ ਕਾਰਨ? ਪਾਤਸ਼ਾਹ ਕਹਿੰਦੇ ਇਹ ਪਿਛਲੇ ਜਨਮ ਵਿੱਚ ਗੁਰੂ ਬਣਿਆ ਬੈਠਾ ਸੀ, ਤੇ ਉਹਦਾ ਸਰੀਰ ਦੇ ਵਿੱਚ ਨਾ, ਸਰੀਰ ਉਹਦਾ ਫਟਿਆ, ਉਹਦੇ ਵਿੱਚ ਕੀੜੇ ਪਏ ਹੋਏ ਹਜ਼ਾਰਾਂ ਦੇ ਹਿਸਾਬ ਨਾਲ ਹੀ। ਸਿੱਖ ਪੁੱਛਦੇ ਮਹਾਰਾਜ ਇਹ ਕੀ ਕਾਰਨ? ਮਹਾਰਾਜ ਕਹਿੰਦੇ ਦੰਭੀ ਗੁਰੂ ਬਣਿਆ ਸੀ, ਲੋਕਾਂ ਨੂੰ ਲੁੱਟਦਾ ਸੀ, ਬਸ ਹੋਰ ਇਹਦੇ ਕੋਲ ਕੋਈ ਕੰਮ ਨਹੀਂ ਸੀ। ਇਹ ਜਿਹੜੇ ਕੀੜੇ ਪਏ ਨੇ ਇਹਦੇ ਚੇਲੇ ਨੇ, ਇਹਨੂੰ ਮੰਨਣ ਵਾਲੇ ਇਹਦੇ ਸਿੱਖ ਨੇ, ਤੇ ਇਹ ਹੁਣ ਇਹ ਵੀ ਅਧੋਗਤੀ ਨੂੰ, ਕਿਉਂਕਿ ਭਗਤ ਕਬੀਰ ਸਾਹਿਬ ਜੀ ਕਹਿੰਦੇ, ਭਗਤ ਸਾਹਿਬ ਜੀ ਕਹਿੰਦੇ ਨੇ ਜਿਹੜਾ ਗੁਰੂ ਆਪਣੇ ਸਿੱਖ ਦੇ ਮਨ ਵਿੱਚੋਂ ਭਰਮ ਨਹੀਂ ਕੱਢ ਸਕਦਾ, ਕਬੀਰ ਮਾਏ ਮੁੰਡੋਂ ਤੇ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਆਪ ਡੂਬੇ ਚੋ ਵੇਦ ਮੇ ਚੇਲੇ ਦੀਏ
ਬਹਾਏ। ਆਪ ਤਾਂ ਉਹ ਡੁੱਬਦਾ ਹੀ ਹੈ ਨਰਕਾਂ ਵਿੱਚ, ਚੇਲਿਆਂ ਨੂੰ ਵੀ ਨਾਲ ਹੀ ਲੈ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਚੇਲੇ ਦਾ ਮਾਸ ਨੋਚ ਹੁਣ ਖਾ ਰਹੇ ਨੇ, ਕਿਉਂਕਿ ਪਿਛਲੇ ਜਨਮ ਵਿੱਚ ਇਹਨਾਂ ਨੂੰ ਲੁੱਟਦਾ ਰਿਹਾ, ਖਾਂਦਾ ਰਿਹਾ ਹੈ, ਅਤੇ ਹੁਣ ਹਿਸਾਬ ਚੱਲ ਰਿਹਾ ਹੈ। ਹੁਣ ਇਹ ਬੜੇ ਸਮੇਂ ਤੋਂ ਦੁੱਖ ਪਾ ਰਿਹਾ ਸੀ ਅਤੇ ਯਾਦ ਕਰ ਰਿਹਾ ਸੀ, ਅਰਦਾਸਾਂ ਕਰ ਰਿਹਾ ਸੀ ਮਨ ਵਿੱਚ ਪਰਮਾਤਮਾ ਕੋਲ ਕਿ ਮੈਨੂੰ ਬਖਸ਼ੋ, ਮੈਨੂੰ ਬਖਸ਼ੋ। ਅਤੇ ਇਹਦੀ ਪੁਕਾਰ ਸੁਣ ਕੇ ਮਹਾਰਾਜ ਕਹਿੰਦੇ ਇੱਧਰ ਆਏ ਹਾਂ ਅਤੇ ਉਹਦਾ ਉਧਾਰ ਕੀਤਾ। ਸੱਚਾ ਸਤਿਗੁਰੂ ਮਿਲ ਗਿਆ, ਇਹ ਚੰਗੇ ਭਾਗਾਂ ਦੀ ਨਿਸ਼ਾਨੀ ਹੈ। ਪਰ ਗੁਰਮੁਖੋ, ਜੇ ਆਪਾਂ ਸੱਚੇ ਸਤਿਗੁਰੂ ਦੀ ਗੱਲ ਨੂੰ ਮੰਨਾਂਗੇ ਤਾਂ ਸਾਡਾ ਭਲਾ ਹੋਵੇਗਾ। ਬਿਨ ਭਾਗਾਂ ਐਸਾ ਸਤਿਗੁਰ ਨਾ ਪਾਈਐ, ਜੇ ਲੋਚੈ ਸਭ ਕੋਏ। ਸਾਰੀ ਦੁਨੀਆ ਲੋਚਦੀ, ਭਾਵੇਂ ਲੋਚੀ ਜਾਵੇ, ਸੱਚਾ ਸਤਿਗੁਰੂ ਭਾਗਾਂ ਤੋਂ ਬਿਨਾਂ ਨਹੀਂ ਮਿਲਦਾ। ਐਸੇ ਸਤਿਗੁਰੂ ਦੀ ਸੇਵਾ ਇਹ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦੀ। ਇਹ ਬੜੀ ਕਿਰਪਾ ਬਖਸ਼ਿਸ਼ ਹੈ ਆਪਣੇ 'ਤੇ, ਜਿਹੜਾ ਆਪਾਂ ਨੂੰ ਇਹ ਸਮਾਂ ਮਿਲਿਆ ਹੋਇਆ ਹੈ। ਉਹ ਮਹਾਰਾਜ ਕਹਿੰਦੇ ਕੂੜੇ ਕੀ ਪਾਲ ਵਿੱਚੋਂ ਨਿਕਲੈ, ਤਾਂ ਸਦਾ ਸੁਖ ਹੋਏ। ਸੱਚੇ ਸਤਿਗੁਰੂ ਕੋਲੋਂ ਲਾਭ ਉਹੀ ਮਨੁੱਖ ਲਏਗਾ ਜਿਹਦੇ ਅੰਦਰੋਂ ਕੂੜ ਚਲਾ ਜਾਵੇ, ਕੂੜ ਦਾ ਤਿਆਗ ਕਰ ਦੇਵੇ, ਫਿਰ ਉਹਨੂੰ ਸੱਚੇ ਸਤਿਗੁਰੂ ਕੋਲ ਆਉਣ ਦਾ ਲਾਭ ਮਿਲਦਾ। ਜੇ ਆਪਾਂ ਆਪਣੀ ਬਿਰਤੀ ਨਹੀਂ ਤਿਆਗਣੀ, ਆਪਣਾ ਸੁਭਾਅ ਨਹੀਂ ਤਿਆਗਣਾ, ਤਾਂ ਸੱਚੇ ਸਤਿਗੁਰੂ ਦੇ ਕੋਲ ਆ ਕੇ ਵੀ ਭਗਤ ਕਬੀਰ ਸਾਹਿਬ ਕਹਿੰਦੇ, ਕਬੀਰ ਸਾਚਾ ਸਤਿਗੁਰੂ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ, ਜੋ ਬਾਂਸ ਬਜਾਈਐ ਫੂਕ। ਨਾਨਕ ਐਸੇ ਸਤਿਗੁਰ ਕੀ ਕਿਆਓ, ਸੇਵਕ ਸੇਵਾ ਕਰੇ ਗੁਰ ਆਗੈ ਜਿਉ ਧਰੇ। ਐਸਾ ਸੱਚਾ ਸਤਿਗੁਰੂ ਮਿਲਿਆ ਅਤੇ ਉਹਦੀ ਕੀ ਸੇਵਾ ਕਰੀਏ ਕਿ ਸਾਡੇ 'ਤੇ ਉਹ ਬਖਸ਼ਿਸ਼ ਕਰ ਦੇਵੇ। ਤਾਂ ਮਹਾਰਾਜ ਕਹਿੰਦੇ ਗੁਰੂ ਅੱਗੇ ਆਪਣਾ ਮਨ ਧਰ ਦੇਵੇ। ਗੁਰੂ ਹੋਰ ਕੁਝ ਨਹੀਂ ਮੰਗਦਾ। ਗੁਰੂ ਕਹਿੰਦਾ ਵੀ ਮਨ ਵੇਚੈ ਸਤਿਗੁਰੂ ਕੈ ਪਾਸ, ਤੂੰ ਆਪਣਾ ਮਨ ਦੇ ਦੇ ਸਾਨੂੰ। ਮਨ ਦੇਣ ਤੋਂ ਭਾਵ ਕੀ ਹੈ ਕਿ ਮਨ ਵਿੱਚ ਦੁਨੀਆ ਦਾ ਖਿਆਲ ਨਾ ਆਵੇ। ਮਨ ਨੂੰ ਸ਼ਬਦ ਨਾਲ ਜੋੜ ਕੇ ਰੱਖੋ, ਮਨ ਨੂੰ ਬਾਣੀ ਦੇ ਨਾਲ ਜੋੜ ਕੇ ਰੱਖੋ। ਮਨ ਬਾਣੀ ਨੂੰ ਪੜ੍ਹੇ, ਬਾਣੀ ਨੂੰ ਵਿਚਾਰੇ, ਇਹਦੇ ਅੰਦਰ ਇਹ ਖਿਆਲ ਚੱਲਣ ਮਨ ਦੇ, ਮਨ ਨੂੰ ਭੇਟਾ ਕਰ ਦੇਵੇ। ਅਤੇ ਮਹਾਰਾਜ ਕਹਿੰਦੇ ਫਿਰ ਕੀ ਹੋਵੇਗਾ, ਸਤਿਗੁਰ ਕਾ ਭਾਣਾ ਚਿੱਤ ਕਰੇ, ਸਤਿਗੁਰ ਆਪੇ ਕਿਰਪਾ ਕਰੇ। ਫਿਰ ਦੂਜਾ, ਸਤਿਗੁਰੂ ਦੇ ਭਾਣੇ ਨੂੰ ਮੰਨ ਲਵੇ, ਸਤਿਗੁਰੂ ਦੇ ਹੁਕਮ ਨੂੰ ਮੰਨ ਲਵੇ। ਜਿਵੇਂ ਸਤਿਗੁਰੂ ਆਪਾਂ ਨੂੰ ਹੁਕਮ ਕਰਦੇ ਨੇ, ਅੰਮ੍ਰਿਤ ਵੇਲੇ ਉਠੋ, ਇਸ਼ਨਾਨ ਕਰੋ, ਨਾਮ ਜਪੋ, ਬਾਣੀ ਪੜ੍ਹੋ ਅਤੇ ਬਾਣੀ ਨੂੰ ਵਿਚਾਰੋ। ਇਸੇ ਤਰ੍ਹਾਂ ਆਪਣਾ ਜੀਵਨ ਦਿਨ ਦੀ ਦਿਨ ਕਿਰਿਆ ਜਿਹੜੀ ਹੈ ਉਹ ਵੀ ਕਰਨੀ ਹੈ, ਸਾਰਾ ਜੀਵਨ। ਜਦੋਂ ਇਸ ਤਰ੍ਹਾਂ ਸਤਿਗੁਰੂ ਦਾ ਹੁਕਮ ਮੰਨਾਂਗੇ, ਸਤਿਗੁਰੂ ਦਾ ਭਾਣਾ ਮੰਨਾਂਗੇ, ਸਤਿਗੁਰ ਆਪੇ ਕਿਰਪਾ ਕਰੇ। ਸਤਿਗੁਰ ਫਿਰ ਸਿੱਖ 'ਤੇ ਆਪੇ ਹੀ ਕਿਰਪਾ ਕਰਕੇ ਉਹਨੂੰ ਨਵਾਜ ਦਿੰਦਾ ਹੈ, ਬਖਸ਼ਿਸ਼ਾਂ ਕਰ ਦਿੰਦਾ ਹੈ। ਸਤਿਗੁਰੂ ਜੀ ਮਿਹਰਾਮਤ ਕਰਨ, ਅੰਮ੍ਰਿਤ ਬਚਨਾਂ ਨੂੰ ਕਮਾਈਏ, ਬਾਣੀ ਦੇ ਨਾਲ ਜੁੜੀਏ। ਸਤਿਗੁਰੂ ਦੀ ਅਗਾਧ ਬੋਧ ਬਾਣੀ ਦੀਆਂ ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।